ਸਤਿ ਸ਼੍ਰੀ ਅਕਾਲ ਜੀ, ਮੈਂ ਰਮਨ ਢਿੱਲੋਂ ਤੁਹਾਡੇ ਨਾਲ ਹਾਜ਼ਰ ਹਾਂ ਫਿਰ ਇੱਕ ਐਪੀਸੋਡ ਲੈ ਕੇ, ਜਿਹਦੇ ਵਿੱਚ ਕੀ ਆਪਾਂ ਗੱਲਬਾਤ ਕਰਾਂਗੇ ਕਿ ਟਰੱਕਿੰਗ ਇੰਡਸਟਰੀ 'ਚ ਦਾਖਲ ਹੋਣ ਦੇ ਟਾਈਮ ਜਿਹੜੀਆਂ ਆਪਾਂ ਗੱਲਾਂ ਬਾਤਾਂ ਸ਼ੁਰੂ ਕੀਤੀਆਂ, ਇਹ ਸੀਰੀਜ਼ ਸ਼ੁਰੂ ਕੀਤੀ ਆ, ਉਹ ਸੀਰੀਜ਼ ਦਾ ਇੱਕ ਹਿੱਸਾ ਆ ਕਿ ਜਿਹਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਪਰਮਿਟਸ ਬਹੁਤ ਇੰਪੋਰਟੈਂਟ ਹੈਗੇ ਆ ਇਸ ਵੇਲੇ, ਕਿ ਤੁਸੀਂ ਕਿੱਦਾਂ ਦੇ ਪਰਮਿਟ, ਕਿਹੜੇ ਪਰਮਿਟ ਕਿਸ ਟਾਈਮ 'ਤੇ ਤੁਸੀਂ ਲੈਣੇ ਆ, ਕਿਉਂਕਿ ਬਹੁਤ ਇਸ਼ੂ ਖੜ੍ਹੇ ਹੋ ਜਾਂਦੇ ਆ ਕਿ ਜਦੋਂ ਕੰਪਨੀਜ਼ ਜਿਹੜੀਆਂ ਆ ਉਹ ਸਟਾਰਟ ਹੋ ਜਾਂਦੀਆਂ, ਲੇਕਿਨ ਕਈ ਪਰਮਿਟਸ ਉਹਨਾਂ ਨੂੰ ਨਹੀਂ ਲਏ ਹੁੰਦੇ, ਔਰ ਕਈ ਵਾਰੀ ਇਹ ਵੀ ਗੱਲ ਹੁੰਦੀ ਆ ਕਿ ਪਰਮਿਟਸ ਜਿਹੜੇ ਆ ਉਹ ਐਕਸਟਰਾ ਲੈ ਲਏ ਜਾਂਦੇ ਆ, ਕਿ ਕਿਸੇ ਨੇ ਸਿਰਫ ਕੈਲੀਫੋਰਨੀਆ ਚੱਲਣਾ, ਉਹਨਾਂ ਕੋਲ 48 ਸਟੇਟਸ ਦੀਆਂ ਪਲੇਟ ਹੁੰਦੀਆਂ, ਕਿਸੇ ਨੇ 11 ਵੈਸਟਰਨ ਚੱਲਣਾ, ਉਹਨਾਂ ਕੋਲ ਸਾਰਾ ਕੁਛ ਹੁੰਦਾ, ਕਈਆਂ ਕੋਲ ਕਈ ਚੀਜ਼ਾਂ ਜਿਹੜੀਆਂ ਆ ਉਹ ਬਿਲਕੁਲ ਅਵੇਲੇਬਲ ਨਹੀਂ ਹੁੰਦੀਆਂ। ਅਤੇ ਇਸ ਮੁੱਦੇ ਦੇ ਉੱਤੇ ਜਿਹੜਾ ਇਸ ਸੀਰੀਜ਼ ਦੇ ਉੱਤੇ ਜਿਹੜੀ ਆਪਾਂ ਗੱਲਬਾਤ ਇੰਦੂ ਵਰਮਾ ਹੁਣਾਂ ਨਾਲ ਕਰ ਰਹੇ ਹਾਂ, ਅਫੋਰਡੇਬਲ ਟਰੱਕਿੰਗ ਸੋਲਿਊਸ਼ਨਸ ਵਾਲਿਆਂ ਦੇ ਨਾਲ, ਉਹਨਾਂ ਦੇ ਨਾਲ ਹੀ ਆਪਾਂ ਇਹ ਗੱਲਬਾਤ ਅੱਗੇ ਜਾਰੀ ਰੱਖਦੇ ਹਾਂ। ਸਤਿ ਸ਼੍ਰੀ ਅਕਾਲ ਇੰਦੂ ਜੀ। ਸਤਿ ਸ਼੍ਰੀ ਅਕਾਲ ਰਮਨ ਜੀ। ਅਤੇ ਆਪਾਂ ਅੱਜ ਇੰਦੂ ਜੀ ਗੱਲ ਕਰਦੇ ਹਾਂ ਕਿ ਜਿਹੜੇ ਪਰਮਿਟਿੰਗ ਹੈਗੀ ਆ, ਪਰਮਿਟਸ ਬਹੁਤ ਇੰਪੋਰਟੈਂਟ ਹੈਗੇ ਆ ਕਿਸੇ ਟਰੱਕਿੰਗ ਕੰਪਨੀ ਦੇ ਲਈ, ਉਹਨੂੰ ਸ਼ੁਰੂ ਕਰਨ ਦੇ ਲਈ, ਉਹਨੂੰ ਰੋਡ 'ਤੇ ਲੈ ਕੇ ਆਉਣ ਦੇ ਲਈ। ਮੇਰੇ ਖਿਆਲ ਮੋਸਟ ਇੰਪੋਰਟੈਂਟ ਥਿੰਗ ਹੈਗੀ ਆ। ਚੀਜ਼ਾਂ ਸਾਰੀਆਂ ਇੰਪੋਰਟੈਂਟ ਹੈਗੀਆਂ, ਚਾਹੇ ਉਹ ਇੰਸ਼ੋਰੈਂਸ ਹੋਵੇ, ਚਾਹੇ ਉਹ ਕੋਈ ਵੀ ਚੀਜ਼ ਹੋਵੇ, ਪਰ ਪਰਮਿਟਿੰਗ ਜਿਹੜੀ ਆ, ਪਰਮਿਟ ਤੋਂ ਬਿਨਾਂ ਤੁਸੀਂ ਕੋਈ ਵੀ ਇੱਕ ਪੈਰ ਨਹੀਂ ਪੁੱਟ ਸਕਦੇ। ਸੋ ਅੱਜ ਆਪਾਂ ਇਸ ਐਪੀਸੋਡ ਦੇ ਵਿੱਚ ਗੱਲ ਕਰਾਂਗੇ ਕਿ ਕਿਹੜੇ ਪਰਮਿਟਸ ਤੋਂ ਤੁਸੀਂ ਸਟਾਰਟ ਕਰਨਾ ਆ, ਅਤੇ ਕਿੱਦਾਂ ਤੁਹਾਨੂੰ ਉਹ ਪਰਮਿਟਸ ਜਿਹੜੇ ਆ ਉਹ ਡੀਟੇਲ ਦੇ ਵਿੱਚ ਤੁਹਾਨੂੰ ਚਾਹੀਦੇ ਆ, ਅੱਗੇ ਕਿੱਦਾਂ ਸ਼ੁਰੂ ਕਰਨਾ ਆ, ਅਤੇ ਉਹਦੇ 'ਤੇ ਆਪਾਂ ਗੱਲਬਾਤ ਜਿਹੜੀ ਅੱਜ ਸ਼ੁਰੂ ਕਰੀਏ। ਸੋ ਪਹਿਲਾਂ ਤਾਂ ਇਹ ਦੱਸੋ ਵੀ ਸ਼ੁਰੂਆਤ ਕਿੱਥੋਂ ਹੁੰਦੀ ਆ? ਜੀ ਰਮਨ ਜੀ, ਸਭ ਤੋਂ ਪਹਿਲੀ ਜਿਹੜੀ ਸ਼ੁਰੂਆਤ ਹੈਗੀ ਹੈ ਉਹ ਹੈਗੀ ਹੈ DOT ਅਤੇ ਅਥੋਰਿਟੀ ਜੀ। DOT US DOT ਲੈਣੀ, ਔਰ ਉਹਦੇ ਨਾਲ ਅਥੋਰਿਟੀ ਲੈਣੀ। ਸੋ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੂੰਗੀ ਕਿ ਆਪਣੀ ਜਿਹੜੀ ਟਰੱਕਿੰਗ ਕੰਪਨੀ ਹੈਗੀ ਹੈ ਉਹ ਦੋ ਤਰ੍ਹਾਂ ਦੀ ਹੁੰਦੀ ਹੈ ਜੀ, ਇੰਟਰਾ ਸਟੇਟ ਅਤੇ ਇੰਟਰ ਸਟੇਟ ਜੀ। ਇੰਟਰਾ ਸਟੇਟ ਦਾ ਮਤਲਬ ਹੈ ਕਿ ਅਸੀਂ ਕੈਲੀਫੋਰਨੀਆ ਦੇ ਵਿੱਚ ਰਹਿ ਕੇ ਕੰਮ ਕਰਨਾ, ਅਸੀਂ ਸਟੇਟ ਬਾਰਡਰਸ ਨਹੀਂ ਕ੍ਰੋਸ ਕਰਨੇ। ਜ਼ਿਆਦਾਤਰ ਜਿਹੜੇ ਟਰੱਕਰਸ ਨੇ ਉਹਨਾਂ ਨੂੰ ਇਹ ਇੰਟਰਾ ਸਟੇਟ ਅਤੇ ਇੰਟਰ ਸਟੇਟ ਦਾ ਡਿਫਰੈਂਸ ਨਹੀਂ ਪਤਾ। ਸੋ ਸਭ ਤੋਂ ਪਹਿਲਾ ਸਟੈਪ ਹੈ ਕਿ ਆਪਾਂ ਇਹ ਡਿਸਾਈਡ ਕਰਨਾ ਕਿ ਆਪਾਂ ਸਿਰਫ ਕੈਲੀਫੋਰਨੀਆ 'ਚ ਰਹਿ ਕੇ ਕੰਮ ਕਰਨਾ ਹੈ ਜਾਂ ਆਪਾਂ ਪੂਰੇ ਅਮਰੀਕਾ 'ਚ ਕੰਮ ਕਰਨਾ ਹੈ ਜੀ। ਸੋ ਇੰਟਰਾ ਸਟੇਟ ਅਥੋਰਿਟੀ ਦਾ ਮਤਲਬ ਹੈਗਾ, ਇੰਟਰਾ ਸਟੇਟ DOT ਦਾ ਮਤਲਬ ਹੈਗਾ ਕਿ ਅਸੀਂ ਲੋਕਲ ਰਹਿ ਕੇ ਕੰਮ ਕਰਨਾ ਹੈ ਕੈਲੀਫੋਰਨੀਆ ਦੇ ਵਿੱਚ। ਸੋ ਬਿਲਕੁਲ ਕੈਲੀਫੋਰਨੀਆ ਤੋਂ ਬਾਹਰ ਨਹੀਂ ਜਾਣਾ ਹੈ ਜੀ, ਬਿਲਕੁਲ ਅਸੀਂ ਕੈਲੀਫੋਰਨੀਆ ਤੋਂ ਬਾਹਰ ਨਹੀਂ ਜਾਣਾ ਹੈਗਾ, ਅਸੀਂ ਸਿਰਫ ਅਸੀਂ ਸਟੇਟ ਬਾਰਡਰ ਕ੍ਰੋਸ ਨਹੀਂ ਕਰਨਾ। ਇੰਟਰਾ ਸਟੇਟ ਦਾ ਇਹ ਮਤਲਬ ਹੈ ਜੀ, ਅਸੀਂ ਸਿਰਫ ਕੈਲੀਫੋਰਨੀਆ ਦੇ ਵਿੱਚ ਰਹਿ ਕੇ ਕੰਮ ਕਰਨਾ ਹੈ, ਜਾਂ ਅਸੀਂ ਕਿਸੇ ਹੋਰ ਸਟੇਟ ਦੇ ਵਿੱਚ ਰਹਿ ਕੇ, ਅਗਰ ਕਿਸੇ ਹੋਰ ਸਟੇਟ ਦੀ ਆਪਾਂ DOT ਦੀ ਗੱਲ ਕਰੀਏ ਤਾਂ ਉਸੇ ਸਟੇਟ ਦੇ ਅੰਦਰ ਰਹਿ ਕੇ ਕੰਮ ਕਰਨਾ, ਉਸ ਸਟੇਟ ਤੋਂ ਬਾਹਰ ਨਹੀਂ ਜਾਣਾ। ਅਤੇ ਇਹਦੇ ਵਿੱਚ ਮੈਂ ਇੱਕ ਇੱਥੇ ਛੋਟਾ ਜਿਹਾ ਸਵਾਲ ਕਰੂੰਗਾ ਕਿ ਕੀ ਇਹਦੇ ਵਿੱਚ ਕਾਸਟ ਦਾ ਫਰਕ ਹੁੰਦਾ? ਜੇ ਕੋਈ ਸਿਰਫ ਕੈਲੀਫੋਰਨੀਆ 'ਚ ਰਹਿ ਕੇ ਕੰਮ ਕਰਨਾ ਚਾਹੁੰਦਾ ਅਤੇ ਉਹਦੇ ਕੋਲ 48 ਸਟੇਟਸ ਦੇ ਪਰਮਿਟ ਲੈਣ ਦੀ ਲੋੜ ਨਹੀਂ, ਜਾਂ 48 ਸਟੇਟਸ ਦੇ ਪਰਮਿਟ ਜਿਹੜੇ ਮਹਿੰਗੇ ਹੁੰਦੇ ਆ ਅਤੇ ਇਕੱਲਾ ਕੈਲੀਫੋਰਨੀਆ ਸਸਤਾ ਆ? ਨਹੀਂ ਰਮਨ ਜੀ, ਇੱਦਾਂ ਦੀ ਕੋਈ ਗੱਲ ਨਹੀਂ ਹੈਗੀ। ਕਾਸਟ, ਡੈਫੀਨੇਟਲੀ ਕਾਸਟ ਦਾ ਫਰਕ ਇਸ ਤਰ੍ਹਾਂ ਹੈਗਾ ਕਿ ਪਰਮਿਟਸ, ਅਗਰ ਤੁਸੀਂ ਜ਼ਿਆਦਾ ਸਟੇਟਸ ਦੇ ਪਰਮਿਟਸ ਲੈਣੇ ਹੈਗੇ ਹੋ ਤਾਂ ਓਬਵੀਅਸ ਹੈ ਉਹਨਾਂ ਵਾਸਤੇ ਤੁਹਾਨੂੰ ਇੰਸ਼ੋਰੈਂਸ ਵੀ ਜ਼ਿਆਦਾ ਸਟੇਟਸ ਦੀ ਲੈਣੀ ਹੋਏਗੀ ਜੀ, ਤੁਹਾਡੇ ਸਾਰੇ ਪਰਮਿਟ ਵੀ ਜ਼ਿਆਦਾ ਸਟੇਟਸ ਦੇ ਹੋਣਗੇ। ਜਿਹੜੀ ਆਪਾਂ ਇੰਟਰਾ ਸਟੇਟ ਦੀ ਗੱਲ ਕਰਦੇ ਹਾਂ ਉਹਦੇ ਵਾਸਤੇ ਪਰਮਿਟਸ ਵੀ ਘੱਟ ਚਾਹੀਦੇ ਹੁੰਦੇ ਆ, ਤੁਸੀਂ ਰਹਿੰਦੇ ਵੀ ਲੋਕਲ ਹੋ, ਤੁਸੀਂ ਫਿਰ ਸਟੇਟ ਬਾਰਡਰ ਕ੍ਰੋਸ ਨਹੀਂ ਕਰ ਸਕਦੇ, ਤੁਹਾਨੂੰ ਲੋਡ ਵੀ ਲੋਕਲ ਹੀ ਮਿਲਦੇ ਹੈ ਜੀ। ਸੋ ਖਰਚੇ ਤਾਂ ਬਰਾਬਰ ਹੀ ਰਹਿ ਜਾਂਦੇ ਆ, ਉਹਦੇ ਵਿੱਚ ਲੋਡ ਜ਼ਿਆਦਾ ਮਹਿੰਗੇ ਹੁੰਦੇ ਹੈ। ਜੇ ਆਪਾਂ ਇੰਟਰ ਸਟੇਟ ਦੀ ਗੱਲ ਕਰੀਏ ਤਾਂ ਲੋਡ ਵੱਡੇ ਹੁੰਦੇ ਆ, ਲੋਡ ਮਹਿੰਗੇ ਹੁੰਦੇ ਆ, ਇਨਕਮ ਵੀ ਹੁੰਦੀ ਹੈ। ਸੋ ਇੱਥੇ ਜੇ ਆਪਾਂ ਲੋਕਲ ਦੀ ਗੱਲ ਕਰੀਏ ਤਾਂ ਲੋਡ ਜਿਹੜੇ ਹੈਗੇ ਆ ਉਹ ਲੋਕਲ ਦੇ ਹਿਸਾਬ ਨਾਲ ਹੁੰਦੇ ਆ, ਆਪਣੇ ਫਾਇਦੇ, ਆਪਣੇ ਨੁਕਸਾਨ ਹੈ। ਅਤੇ ਮੇਰੇ ਬੇਸਿਕਲੀ ਇੰਸ਼ੋਰੈਂਸ 'ਤੇ ਵੀ ਕਾਫੀ ਫਰਕ ਪੈਂਦਾ। ਜੇ ਆਪਾਂ ਕਹੀਏ ਇੰਸ਼ੋਰੈਂਸ ਨੂੰ ਮੈਂ 500 ਮੀਲ ਤੋਂ ਬਾਹਰ ਨਹੀਂ ਜਾਣਾ ਹੈਗਾ, ਵਿਦਿਨ ਲੋਕਲ 500 ਮੀਲ ਰਹਿਣਾ ਹੈਗਾ, ਜਾਂ ਇੰਨੇ ਏਰੀਏ 'ਚ ਹੀ ਰਹਿਣਾ ਹੈ, ਤਾਂ ਇੰਸ਼ੋਰੈਂਸ ਦਾ ਵੀ ਫਰਕ ਪੈਂਦਾ ਜੀ। ਬਿਲਕੁਲ, ਇੰਸ਼ੋਰੈਂਸ ਸਸਤੀ ਹੁੰਦੀ। ਜੇ ਉਹੀ ਗੱਲ ਕੀਤੀ ਵੀ ਜੇ ਲੋਡ ਸਸਤੇ ਹੈਗੇ ਆ ਤਾਂ ਖਰਚੇ ਵੀ ਘੱਟ ਨੇ। ਸੋ ਇਨਕਮ ਜਿਹੜੀ ਹੈਗੀ ਹੈ ਉਹ ਡਿਪੈਂਡ ਕਰਦੀ ਹੈ ਤੁਹਾਡੀਆਂ ਫੈਸਿਲਿਟੀਜ਼ ਦੇ ਉੱਤੇ। ਤੁਸੀਂ ਕਈਆਂ ਦੀ ਪ੍ਰੈਫਰੈਂਸ ਹੁੰਦੀ ਹੈ ਕਿ ਅਸੀਂ ਰੋਜ਼ ਸ਼ਾਮ ਨੂੰ ਘਰ ਵਾਪਸ ਹੀ ਆਉਣਾ ਜੀ। ਸੋ ਉਹਨਾਂ ਵਾਸਤੇ ਅਗਰ ਉਹ ਇੰਟਰ ਸਟੇਟ ਹੈਗੇ ਆ ਤਾਂ ਉਹ ਰੋਜ਼ ਸ਼ਾਮ ਨੂੰ ਤਾਂ ਨਹੀਂ ਘਰ ਆ ਸਕਦੇ। ਜਿਹੜੇ ਲੋਕਲ ਹੈਗੇ ਆ, ਜਿਹੜੇ ਇੰਟਰਾ ਸਟੇਟ ਵਾਲੇ ਹੈਗੇ ਆ, ਉਹਨਾਂ ਨੇ ਦਿਨੇ ਆਪਣਾ ਕੰਮ ਕਰਨਾ, ਸ਼ਾਮ ਨੂੰ ਘਰ ਆ ਜਾਣਾ ਜਾਂ ਸ਼ਾਮ ਨੂੰ ਕੰਮ ਕਰਨਾ, ਦਿਨੇ ਕਰ ਰਹਿਣਾ। ਸੋ ਉਹਨਾਂ ਆਪਣੇ ਫਾਇਦੇ ਹੈਗੇ ਆ ਦੋਨਾਂ ਚੀਜ਼ਾਂ ਦੇ। ਇੰਸ਼ੋਰੈਂਸ ਡੈਫੀਨੇਟਲੀ ਸਸਤੀ ਹੁੰਦੀ ਹੈ ਲੋਕਲ ਦੀ, ਅਤੇ ਜਿਹੜੀ ਇੰਟਰ ਸਟੇਟ ਦੀ ਇੰਸ਼ੋਰੈਂਸ ਹੁੰਦੀ ਹੈ ਉਹ ਮਹਿੰਗੀ ਹੁੰਦੀ ਹੈ।
ਤੇ ਹੁਣ ਜਦੋਂ ਆਪਾਂ ਇੰਟਰਸਟੇਟ ਤੇ ਇੰਟਰਾਸਟੇਟ ਦੇ ਵਿੱਚ ਫੈਸਲਾ ਕਰ ਲਿਆ ਕਿ ਆਪਾਂ ਇੱਥੇ ਕੈਲੀਫੋਰਨੀਆ 'ਚ ਹੀ ਰਹਿਣਾ ਹੈ, ਚਲੋ ਹੁਣ ਆਪਾਂ ਇਹ ਕਰਦੇ ਹਾਂ ਕਿ ਆਪਣੀ ਮੈਜੋਰਟੀ ਜਿਹੜੇ ਇਸ ਵੇਲੇ ਹੈਗੇ ਕੈਲੀਫੋਰਨੀਆ ਤੋਂ ਬਾਹਰ ਜਾਂਦੇ ਆ, ਸੋ ਆਪਾਂ ਉੱਤੇ ਅੱਗੇ ਉਸ ਮਤਲਬ ਕਿ ਤਰੀਕੇ ਨਾਲ ਗੱਲਬਾਤ ਸ਼ੁਰੂ ਕਰਦੇ ਹਾਂ ਕਿ ਪਰਮਿਟਿੰਗ ਜਿਹੜੀ ਆ, ਹੁਣ ਪਹਿਲਾਂ ਫੈਸਲਾ ਕਰ ਲਿਆ ਕਿ ਇੰਟਰਸਟੇਟ ਹੈ ਜਾਂ ਇੰਟਰਾਸਟੇਟ ਹੈ। ਜੀ ਬਿਲਕੁਲ। ਸੋ ਪਹਿਲਾ ਡਿਸੀਜ਼ਨ ਇਹੀ ਹੈ ਕਿ ਆਪਾਂ ਇੰਟਰਸਟੇਟ ਰਹਿਣਾ ਜਾਂ ਇੰਟਰਾਸਟੇਟ ਰਹਿਣਾ ਜੀ। ਸੋ ਦੂਸਰਾ ਸਟੈਪ ਆਪਾਂ ਸਪੋਜ਼ ਹੁਣ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਆਪਾਂ ਇੰਟਰਸਟੇਟ, ਸਾਡੇ ਜਿਹੜੇ ਟਰੱਕਰਸ ਹੈਗੇ ਆ ਉਹ ਇੰਟਰਸਟੇਟ ਜਾਣਾ ਪਸੰਦ ਕਰਦੇ ਆ ਜੀ। ਸੋ ਉਹਦੇ ਵਾਸਤੇ ਸਭ ਤੋਂ ਪਹਿਲਾ ਸਟੈਪ ਹੈਗਾ DOT ਅਪਲਾਈ ਕਰਨੀ ਔਰ MC ਅਪਲਾਈ ਕਰਨੀ। MC ਜਿਹੜੀ ਹੈਗੀ ਆ ਉਹਨੂੰ ਅਥਾਰਟੀ ਵੀ ਕਈ ਕਹਿ ਦਿੰਦੇ ਨੇ। ਸੋ ਇੰਟਰਸਟੇਟ ਵਾਸਤੇ ਅਥਾਰਟੀ ਜ਼ਰੂਰੀ ਹੈ, ਇੰਟਰਸਟੇਟ ਲਈ ਨਹੀਂ ਜ਼ਰੂਰੀ, ਨਹੀਂ ਲੈਣੀ ਹੁੰਦੀ, ਲੇਕਿਨ ਜਿਹੜੀ ਇੰਟਰਸਟੇਟ ਹੈ ਉਹਦੇ ਵਾਸਤੇ ਅਥਾਰਟੀ ਲੈਣੀ ਹੁੰਦੀ ਹੈ। ਸੋ MC ਨੰਬਰ ਜਿਹੜਾ ਆ ਸਿਰਫ ਸਟੇਟ ਤੋਂ ਬਾਹਰ ਜਾਣ ਦੇ ਲਈ ਜ਼ਰੂਰੀ ਆ, ਤੇ ਜੇ ਸਟੇਟ ਦੇ ਵਿੱਚ ਹੀ ਰਹਿਣਾ ਤਾਂ US DOT ਜਿਹੜਾ ਆ ਉਹਦੇ ਨਾਲ ਕੰਮ ਚੱਲ ਜਾਏਗਾ, ਉਹੋ ਹੀ ਜ਼ਰੂਰੀ ਆ, ਮਤਲਬ ਕਿ ਦੂਸਰਾ ਜ਼ਰੂਰੀ ਨਹੀਂ। ਹਾਂਜੀ ਨਹੀਂ ਜੀ, ਜੇ ਆਪਾਂ ਇੰਟਰਾਸਟੇਟ ਰਹਿਣਾ ਹੈਗਾ, ਆਪਾਂ ਲੋਕਲ ਰਹਿਣਾ ਹੈ ਤਾਂ ਉਹਦੇ ਲਈ MC ਦੀ ਲੋੜ ਨਹੀਂ ਹੈਗੀ। ਜੇ ਇੰਟਰਸਟੇਟ ਜਾਣਾ ਹੈ ਤਾਂ ਉਹਦੇ ਵਾਸਤੇ ਅਥਾਰਟੀ ਜਾਂ MC ਦੀ ਲੋੜ ਹੈਗੀ ਹੈ ਜੀ। ਸੋ ਸਭ ਤੋਂ ਪਹਿਲਾ ਸਟੈਪ ਅਸੀਂ DOT ਅਪਲਾਈ ਕਰਦੇ ਹਾਂ। DOT ਦੇ ਨਾਲ ਹੀ ਜਦੋਂ ਅਸੀਂ DOT ਅਪਲਾਈ ਕਰਦੇ ਹਾਂ ਉਹਦੇ ਵਿੱਚ ਹੀ ਇਹ ਕੁਐਸਚਨ ਹੁੰਦਾ ਹੈ ਕਿ ਕੀ ਤੁਸੀਂ ਜਿਹੜੇ ਸਟੇਟ ਬਾਰਡਰਸ ਨੇ ਉਹ ਕ੍ਰਾਸ ਕਰਨਾ ਚਾਹੁੰਦੇ ਹੋ। ਸਟੇਟ ਬਾਰਡਰਸ ਕ੍ਰਾਸ ਕਰਨੇ ਆ ਮਤਲਬ ਇੰਟਰਸਟੇਟ ਹੋ ਗਏ ਅਸੀਂ। ਸੋ ਇੰਟਰਸਟੇਟ ਦੀ ਜਿਹੜੀ ਫੀਸ ਹੈਗੀ ਹੈ ਉਹ $300 ਜਿਹੜੀ ਹੈਗੀ ਹੈ ਉਹ MC ਦੀ ਜਿਹੜੀ ਫੀਸ ਹੁੰਦੀ ਹੈ ਜੀ, ਜਿਹੜੀ FMCSA ਵਾਲੇ ਲੈਂਦੇ ਨੇ ਜੀ, ਉਹ $300 ਫੀਸ ਹੁੰਦੀ। ਜੇ ਇਕੱਲੀ ਆਪਾਂ DOT ਅਪਲਾਈ ਕਰਨੀ ਆ ਉਹਦੀ ਕੋਈ ਫੀਸ ਨਹੀਂ ਹੈਗੀ। ਜਿਹੜੇ ਅਪਲਾਈ ਕਰਦੇ ਆ ਉਹਨਾਂ ਦੀ ਫੀਸ ਹੁੰਦੀ ਹੈ, ਲੇਕਿਨ FMCSA ਵਾਲੇ ਤੁਹਾਨੂੰ ਕੁਛ ਚਾਰਜ ਨਹੀਂ ਕਰਦੇ। ਲੇਕਿਨ ਜਿਹੜੀ MC ਹੈਗੀ ਹੈ ਉਹਦੀ $300 ਫੀਸ ਹੁੰਦੀ ਹੈ ਅਥਾਰਟੀ ਅਪਲਾਈ ਕਰਨ ਦੀ। ਤੇ ਇਹਨਾਂ ਨੂੰ ਅਪਲਾਈ ਕਰਨ ਦੇ ਬਾਅਦ ਕਿੰਨਾ ਕੁ ਟਾਈਮ ਲੱਗਦਾ ਹੈ ਕਿ ਜਦੋਂ ਆਪਣੀ ਅਥਾਰਟੀ ਜਾਂ ਇਹ ਸਾਰੀਆਂ ਚੀਜ਼ਾਂ ਐਕਟਿਵ ਹੁੰਦੀਆਂ ਜਾਂ ਐਕਟਿਵ ਦੇ ਲਾਗੇ ਛਾਗੇ ਪਹੁੰਚਦੀਆਂ? ਜਿਹੜੀ MC ਹੈਗੀ ਹੈ ਉਹਦੇ ਵਾਸਤੇ ਘੱਟੋ ਘੱਟ 10 ਦਿਨ ਦਾ ਵੇਟਿੰਗ ਪੀਰੀਅਡ ਹੁੰਦਾ ਜੀ। FMCSA ਵੱਲੋਂ ਸੁਜੈਸਟਡ ਟਾਈਮ ਹੈਗਾ ਉਹ 10 ਦਿਨ। ਉਹ 10 ਦਿਨ ਕਿਉਂ ਉਹ ਲੈਂਦੇ ਆ? ਕਿਉਂਕਿ ਜਦੋਂ ਅਸੀਂ DOT ਕ੍ਰੀਏਟ ਕਰਦੇ ਹਾਂ, DOT MC ਜਦੋਂ ਅਸੀਂ ਬਣਾਉਂਦੇ ਹੈਗੇ ਆ, ਉਸ ਟਾਈਮ ਦੇ ਉੱਤੇ ਉਹ ਉਹਨੂੰ ਪਬਲਿਕਲੀ ਸ਼ੋਅ ਕਰ ਦਿੰਦੇ ਆ ਜੀ ਕਿ ਇਸ ਨਾਮ ਦੀ DOT MC ਬਣਾਈ ਗਈ ਹੈ। ਸੋ ਪਬਲਿਕਲੀ ਜ਼ਿਆਦਾਤਰ ਸਾਨੂੰ ਸਾਰੇ ਕੁਐਸਚਨ ਪੁੱਛਦੇ ਕਿ ਸਾਨੂੰ ਇੰਨੀਆਂ ਫੇਕ ਕਾਲਸ ਕਿਉਂ ਆਉਣਗੀਆਂ, ਜਾਂ ਜਦੋਂ ਅਸੀਂ ਕ੍ਰੀਏਟ ਕਰਦੇ ਹਾਂ ਉਦੋਂ ਲੋਕਾਂ ਨੂੰ ਬਹੁਤ ਸਾਰੀਆਂ ਕਾਲਸ ਆਉਂਦੀਆਂ ਨੇ। ਉਹ ਕਿਉਂ ਆਉਂਦੀਆਂ ਨੇ? ਕਿਉਂਕਿ ਜਿਹੜੇ FMCSA ਵਾਲੇ ਆ ਉਹਨੂੰ ਪਬਲਿਕਲੀ ਇਸ਼ੂ ਕਰ ਦਿੰਦੇ ਆ। ਪਬਲਿਕਲੀ ਇਸ਼ੂ ਕਰਨ ਦੇ ਪਿੱਛੇ ਵਜ੍ਹਾ ਕੀ ਹੁੰਦੀ ਹੈ? ਉਹ ਇਹ ਵਜ੍ਹਾ ਹੁੰਦੀ ਹੈ ਕਿ ਕੋਈ ਕਿਸੇ ਨੂੰ ਇਤਰਾਜ਼ ਤਾਂ ਨਹੀਂ ਹੈਗਾ ਉਸ DOT ਦੇ ਉੱਤੇ, ਉਸ MC ਦੇ ਉੱਤੇ ਕਿਸੇ ਨੂੰ ਕੋਈ ਇਤਰਾਜ਼ ਤਾਂ ਨਹੀਂ ਹੈਗਾ। ਸੋ ਇਸ ਕਰਕੇ ਉਹਨੂੰ ਪਬਲਿਕਲੀ ਇਸ਼ੂ ਕਰਦੇ ਆ। 10 ਦਿਨ ਦਾ ਵੇਟਿੰਗ ਪੀਰੀਅਡ ਇਸ ਕਰਕੇ ਹੁੰਦਾ ਹੈ ਕਿ ਉਹ ਕਹਿੰਦੇ ਆ ਕਿ ਅਗਰ ਕਿਸੇ ਨੂੰ ਕੋਈ ਇਤਰਾਜ਼ ਹੈਗਾ ਇਸ DOT MC ਦੇ ਉੱਤੇ ਤਾਂ ਉਹ ਕੰਪਲੇਂਟ ਕਰ ਸਕਦਾ ਵਿਦਿਨ 10 ਡੇਜ਼। ਅੱਛਾ ਜੀ ਜੀ। ਸੋ 10 ਦਿਨ ਦਾ ਜਿਹੜਾ ਉਹ ਵੇਟਿੰਗ ਪੀਰੀਅਡ ਹੈਗਾ ਉਹ ਜ਼ਰੂਰੀ ਹੈ। ਹਾਂਜੀ ਜੀ। ਸੋ 10 ਦਿਨ ਦਾ ਜਿਹੜਾ ਵੇਟਿੰਗ ਪੀਰੀਅਡ ਹੈਗਾ ਇਹ FMCSA ਵੱਲੋਂ ਸੁਜੈਸਟਡ ਪੀਰੀਅਡ ਹੈਗਾ। ਵੇਟ ਆਪਾਂ ਨੂੰ ਕਰਨੀ ਹੀ ਪੈਂਦੀ ਹੈ। 10 ਦਿਨ ਤੋਂ ਬਾਅਦ ਇੰਸ਼ੋਰੈਂਸ ਲੈ ਸਕਦੇ ਹੋ ਜੀ। ਕਈ ਵਾਰੀ ਉਹਨਾਂ ਦਿਨਾਂ ਦੇ ਵਿੱਚ ਜਿਹੜੇ FMCSA ਵਾਲੇ ਹੈਗੇ ਆ ਉਹ ਵੈਟਿੰਗ ਪ੍ਰੋਸੈਸ ਦੇ ਵਿੱਚ ਪਾ ਦਿੰਦੇ ਆ। ਅੱਛਾ ਜੀ। ਕਿਸੇ ਵੀ DOT ਨੂੰ ਜਾਂ ਕਿਸੇ ਵੀ ਅਥਾਰਟੀ ਨੂੰ ਉਹ ਵੈਟਿੰਗ ਪ੍ਰੋਸੈਸ 'ਚ ਪਾ ਦਿੰਦੇ ਆ। ਉਹ ਵੈਟਿੰਗ ਪ੍ਰੋਸੈਸ ਸਭ ਨੂੰ ਨਹੀਂ ਪਾਉਂਦੇ, ਉਹ ਕਿਸੇ 1000 ਚੋਂ ਇੱਕ ਨੂੰ ਪਾਉਂਦੇ ਆ। ਅੱਛਾ ਜੀ। ਉਹ ਵੈਟਿੰਗ ਪ੍ਰੋਸੈਸ ਕੀ ਹੈਗਾ? ਉਹ ਹੈਗਾ ਬੈਕਗਰਾਊਂਡ ਚੈੱਕ। ਅਗਰ FMCSA ਵਾਲਿਆਂ ਨੇ ਕਿਸੇ ਅਥਾਰਟੀ ਨੂੰ ਵੈਟਿੰਗ ਪ੍ਰੋਸੈਸ 'ਚ ਪਾ ਦਿੱਤਾ, ਬੈਕਗਰਾਊਂਡ ਚੈੱਕ 'ਚ ਪਾ ਦਿੱਤਾ, ਤਾਂ ਘੱਟੋ ਘੱਟ 3 ਮਹੀਨੇ ਦਾ ਟਾਈਮ ਜਿਹੜਾ ਹੈਗਾ ਉਹਦਾ ਬੈਕਗਰਾਊਂਡ ਚੈੱਕ ਕਲੀਅਰ ਹੋਣ ਨੂੰ ਲੱਗ ਜਾਂਦਾ ਹੈ। ਵਾਓ ਜੀ। ਸੋ ਇਹ ਜਿਹੜਾ ਵੈਟਿੰਗ ਪ੍ਰੋਸੈਸ ਹੈ ਇਹ ਕਿਸੇ 1000 ਚੋਂ ਇੱਕ ਨੂੰ ਹੀ ਪੈਂਦਾ ਹੈ। ਸੋ ਅਸੀਂ ਕਸਟਮਰਸ ਨੂੰ ਸੁਜੈਸਟ ਕਰੀਦਾ ਕਿ 21 ਦਿਨ ਘੱਟੋ ਘੱਟ ਵੇਟ ਕਰੋ। ਜੇ ਉਹਨਾਂ ਨੇ ਕਿਸੇ ਨੂੰ ਵੈਟਿੰਗ ਪ੍ਰੋਸੈਸ 'ਚ ਪਾਉਣਾ ਹੈ ਤਾਂ ਉਹਨਾਂ 21 ਦਿਨਾਂ ਦੇ ਵਿੱਚ ਪਾ ਦੇਣਾ। ਉਹ ਜਿਹੜੀ FMCSA ਦਾ ਸੇਫਰ ਹੈਗਾ ਉਹਦੇ ਤੇ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਹੈ ਕਿ ਤੁਹਾਨੂੰ ਵੈਟਿੰਗ ਪ੍ਰੋਸੈਸ 'ਚ ਪਾਇਆ ਗਿਆ। ਜੇ ਉਹਨਾਂ ਨੇ ਉਹਨਾਂ 21 ਦਿਨਾਂ ਦੇ ਵਿੱਚ ਵੈਟਿੰਗ ਪ੍ਰੋਸੈਸ ਦੇ ਵਿੱਚ ਨਹੀਂ ਪਾਇਆ ਤਾਂ ਐਵਰੀਥਿੰਗ ਇਜ਼ ਗੁੱਡ ਟੂ ਗੋ। ਫਿਰ ਜਿਹੜਾ ਕਸਟਮਰ ਹੈਗਾ, ਜਿਹੜਾ ਜਿਹਨੇ ਆਪਣੀ DOT MC ਬਣਵਾਈ ਹੈ, ਟਰੱਕਰ ਹੈ, ਉਹ ਇੰਸ਼ੋਰੈਂਸ ਲੈ ਸਕਦਾ ਹੈ। ਸੋ ਇੰਸ਼ੋਰੈਂਸ ਜਿਹੜੀ ਆ ਉਹ ਇੱਕ ਵਾਰੀ ਜਿਹੜੀ MC ਆ ਉਹ ਐਕਟਿਵ ਹੋਣ ਤੋਂ ਬਾਅਦ ਹੀ ਉਹ ਪ੍ਰੋਸੈਸ ਸ਼ੁਰੂ ਹੋਣਾ ਇੰਸ਼ੋਰੈਂਸ ਲੈਣ ਦਾ? ਨਹੀਂ ਰਮਨ ਜੀ, ਜਿਹੜੀ ਇੰਸ਼ੋਰੈਂਸ ਹੈਗੀ ਹੈ ਉਹ ਪਹਿਲਾਂ ਲੈਣੀ ਪੈਂਦੀ ਹੈ। ਸਪੋਜ਼ 21 ਦਿਨ ਦਾ, ਜ਼ਿਆਦਾਤਰ ਸਾਡੇ ਟਰੱਕਰਸ ਨਹੀਂ ਵੇਟ ਕਰਦੇ, ਉਹ ਬਹੁਤ ਕਾਲੇ ਹੁੰਦੇ ਆ। ਸੁਜੈਸਟ ਅਸੀਂ ਇਹੀ ਕਰੀਦਾ ਕਿ 21 ਦਿਨ ਵੇਟ ਕਰੋ। ਜਦੋਂ 21 ਦਿਨ ਵੇਟ ਕਰਨ ਤੋਂ ਬਾਅਦ ਉਹਨਾਂ ਨੇ ਇੰਸ਼ੋਰੈਂਸ ਲਿੱਤੀ, ਫਿਰ ਜਿਹੜੀ ਅਥਾਰਟੀ ਆ ਉਹ ਐਕਟਿਵ ਹੋਣੀ ਹੈ।
5 ਤੋਂ 7 ਵਰਕਿੰਗ ਡੇ ਜਦੋਂ ਇੰਸ਼ੋਰੈਂਸ ਵਾਲਿਆਂ ਨੇ ਇੰਸ਼ੋਰੈਂਸ FMCSA ਦੇ ਉੱਤੇ ਪੋਸਟ ਕਰ ਦਿੱਤੀ, ਫਿਰ 5 ਤੋਂ 7 ਵਰਕਿੰਗ ਡੇਜ਼ ਲੱਗਦੇ ਹੈਗੇ ਆ ਤੁਹਾਡੀ ਅਥਾਰਟੀ ਨੂੰ ਐਕਟਿਵ ਹੋਣ ਵਾਸਤੇ। ਜੀ, ਸੋ ਇਹਦਾ ਮਤਲਬ ਹੈ ਕਿ ਆਲਮੋਸਟ ਕਹਿ ਲਓ ਵੀ ਜਿਹੜਾ ਖੁੱਲ੍ਹਾ ਮਹੀਨਾ ਜਿਹੜਾ ਆ ਉਹ ਆਲਮੋਸਟ ਲੱਗ ਜਾਂਦਾ ਆ ਤੁਹਾਡੀ MC ਅਪਲਾਈ ਕਰਕੇ, ਸਾਰਾ ਕੁਛ ਅਪਲਾਈ ਕਰਕੇ ਉਹਨੂੰ ਐਕਟਿਵ ਹੋਣ ਨੂੰ, ਉਹਦੀ ਇੰਸ਼ੋਰੈਂਸ ਪੋਸਟ ਕਰਨ ਨੂੰ, ਸਾਰਾ ਕੁਛ। ਕਿਉਂਕਿ ਇੰਸ਼ੋਰੈਂਸ ਕੰਪਨੀਆਂ ਤੋਂ ਵੀ ਕਈ ਵਾਰੀ ਇਹ ਹੋ ਜਾਂਦਾ ਕਿ ਡਿਲੇ ਹੋ ਜਾਂਦਾ, ਪੋਸਟ ਨਹੀਂ ਹੁੰਦੀ ਇੰਸ਼ੋਰੈਂਸ ਉੱਥੇ FMCSA ਦੇ ਸੇਫਰ ਦੇ ਉੱਤੇ, ਅਤੇ ਥੋੜ੍ਹਾ ਡਿਲੇ ਹੋ ਜਾਂਦਾ। ਪਰ ਜੇ ਆਪਾਂ ਮਹੀਨੇ ਦਾ ਟਾਈਮ ਦੇ ਕੇ ਚੱਲੀਏ ਤਾਂ ਮਹੀਨੇ ਦਾ ਟਾਈਮ ਜਿਹੜਾ ਗੁੱਡ ਹੈਗਾ। ਹਾਂਜੀ ਬਿਲਕੁਲ ਜੀ, 1 ਮਹੀਨਾ ਜਿਹੜਾ ਹੈਗਾ ਉਹ ਖੁੱਲ੍ਹਾ ਡੁੱਲਾ 1 ਮਹੀਨਾ ਅਗਰ ਅਸੀਂ ਆਰਾਮ ਨਾਲ ਸਾਰੇ ਪ੍ਰੋਸੈਸ ਨੂੰ ਹੋਣ ਦਿੰਦੇ ਹਾਂ ਤਾਂ 1 ਮਹੀਨੇ ਦਾ ਜਿਹੜਾ ਟਾਈਮ ਹੈਗਾ ਉਹ ਖੁੱਲ੍ਹਾ ਡੁੱਲਾ ਆਰਾਮ ਨਾਲ ਲੱਗ ਜਾਂਦਾ ਹੈ। ਅਤੇ ਇਹਦੇ ਵਿੱਚ ਕੋਈ ਵੀ ਉਹ ਸਰਵਿਸ ਨਹੀਂ ਅਵੇਲੇਬਲ ਹੈਗੀ ਵੀ ਇਹਨੂੰ ਤੁਸੀਂ ਫਾਸਟ ਟਰੈਕ 'ਤੇ ਪਾ ਸਕਦੇ ਆ ਜਾਂ ਇਹਨੂੰ ਸਲੋ ਇਹ ਰੈਗੂਲਰ ਆ ਜਾਂ ਇਹਨੂੰ, ਕਿਉਂਕਿ ਕਈ ਵਾਰੀ ਕਈ ਜਿਹੜੇ ਇਸ ਐਪੀਸੋਡ ਦਾ ਇਹ ਸੈਗਮੈਂਟ ਤੁਹਾਡੇ ਤੱਕ ਲੈ ਕੇ ਆਏ ਹਨ ਪ੍ਰਾਈਮ ਲਿੰਕ ਐਕਸਪ੍ਰੈਸ ਇਨਕੋਰਪੋਰੇਟਡ। ਪਿਛਲੇ 18 ਸਾਲਾਂ ਤੋਂ ਟਰੱਕਿੰਗ ਇੰਡਸਟਰੀ ਨੂੰ ਸਰਵ ਕਰ ਰਹੇ ਹਨ। ਸਾਡੇ ਨਾਲ ਡਰਾਈਵਿੰਗ ਸ਼ੁਰੂ ਕਰਨ ਲਈ ਜਾਂ ਹੋਰ ਜਾਣਕਾਰੀ ਲਈ ਸਾਨੂੰ 2092520070 ਤੇ ਕਾਲ ਕਰੋ। ਇਹਨਾਂ ਪੋਡਕਾਸਟ ਵਿੱਚ ਸਪਾਂਸਰਸ਼ਿਪ ਜਾਂ ਐਡਵਰਟਾਈਜ਼ਿੰਗ ਕਰਨ ਲਈ ਸਾਨੂੰ info@ramantillonshow.com ਤੇ ਕੰਟੈਕਟ ਕਰੋ। ਕਲੋਜ਼ ਨਹੀਂ ਕਰਦਾ ਇਸ ਗੱਲ ਨੂੰ, ਪਰ ਇਹ ਹੈਗਾ FMCSA ਦੀ ਵੈਬਸਾਈਟ ਤੇ ਮੈਂਸ਼ਨਡ ਹੈ। ਅਗਰ ਅਸੀਂ ਸਰਚ ਕਰਕੇ ਦੇਖਦੇ ਹਾਂ ਐਵਰੀਥਿੰਗ ਇਜ਼ ਦੇਅਰ। ਸੋ ਜਿਹੜਾ ਇਹ ਵੈਟਿੰਗ ਵਾਲੀ ਗੱਲ ਕੋਈ ਵੀ ਨਹੀਂ ਦੱਸਦਾ। ਜੇ ਅਸੀਂ ਕਿਸੇ ਨੂੰ ਕਹਿੰਦੇ ਨਾ ਆਪਣੇ ਪੰਜਾਬੀ 'ਚ ਘਰੋੜ ਕੇ ਪੁੱਛਦੇ ਹਾਂ ਅਸੀਂ ਕਿਸੇ ਨੂੰ ਕਿ ਕੀ ਇਹ ਹੈਗਾ, 3-4 ਵਾਰੀ ਤੁਸੀਂ ਕਿਸੇ ਨੂੰ ਪੁੱਛੋ ਤਾਂ ਫਿਰ ਉਹ ਕਹਿੰਦੇ ਕਿ ਕੋਈ ਨਹੀਂ, ਉਹ ਭਾਜੀ ਹਜ਼ਾਰਾਂ ਦੇ ਵਿੱਚੋਂ ਇੱਕ ਨੂੰ ਚੱਕਦੇ ਹੈਗੇ ਆ। ਸੋ ਆਪਾਂ ਇਹ ਕਹਿੰਦੇ ਹਾਂ, ਸੱਚਾਈ ਇਹ ਹੈਗੀ ਜੇ ਉਹ ਹਜ਼ਾਰਾਂ 'ਚੋਂ ਇੱਕ ਅਸੀਂ ਆ ਗਏ ਤਾਂ 3 ਮਹੀਨੇ ਸਾਨੂੰ ਜਿਹੜੀ ਇੰਸ਼ੋਰੈਂਸ ਹੈਗੀ ਹੈ ਉਹ ਬਿਨਾਂ ਗੱਲ ਤੋਂ ਭਰਨੀ ਪੈਣੀ ਹੈ। ਵਾਹ ਜੀ, ਸੋ ਇੰਸ਼ੋਰੈਂਸ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਕੋਸਟਲੀ ਹੁੰਦੀ ਹੈ। 3 ਮਹੀਨੇ ਦੀ ਇੰਸ਼ੋਰੈਂਸ ਜੇ ਬਿਨਾਂ ਕੰਮ ਕੀਤੇ ਭਰੀ ਜਾਵੇ ਤਾਂ ਉਹ ਬਹੁਤ ਹਾਰਡ ਹੈ, ਬਹੁਤ ਔਖੀ ਲੱਗਦੀ ਹੈ। ਜੀ, ਅਤੇ ਇੱਥੇ ਆਪਾਂ ਇੰਦੂ ਜੀ ਇੱਕ ਬ੍ਰੇਕ ਲੈਂਦੇ ਹਾਂ ਅਤੇ ਬ੍ਰੇਕ ਤੋਂ ਬਾਅਦ ਆਪਾਂ ਫਿਰ ਦੁਬਾਰਾ ਤੋਂ ਇਹ ਗੱਲਬਾਤ ਜਾਰੀ ਰੱਖਾਂਗੇ। ਚਲੋ ਜੀ ਸ਼ੁਰੂ ਕਰਦੇ ਹਾਂ ਜੀ। ਹਾਂਜੀ, ਅਤੇ ਜਿੱਦਾਂ ਆਪਾਂ ਪਰਮਿਟਸ ਦੀ ਗੱਲ ਕਰ ਰਹੇ ਸੀ, ਪਰਮਿਟਸ ਦੇ ਵਿੱਚ ਆਪਾਂ ਗੱਲ ਕਰ ਰਹੇ ਸੀਗੇ ਕਿ MC USDOT, ਅਤੇ ਉਹ ਹੁਣ ਆਪਣਾ ਚਲੋ ਜੀ MC USDOT ਜਿਹੜਾ ਆ ਉਹ ਆਪਣਾ ਫਾਈਨਲੀ ਔਨ ਹੋ ਗਿਆ, ਅਤੇ ਉਸ ਤੋਂ ਬਾਅਦ ਅਗਲਾ ਪ੍ਰੋਸੈਸ ਕੀ ਆ? MC DOT ਔਨ ਹੋਣ ਦੇ ਨਾਲ ਨਾਲ ਸਾਡਾ ਅਸੀਂ ਨਾਲ ਹੀ ਦੂਸਰਾ ਪ੍ਰੋਸੈਸ ਸ਼ੁਰੂ ਕਰ ਲੈਂਦੇ ਹੈਗੇ ਹਾਂ। CA ਨੰਬਰ ਅਪਲਾਈ ਕਰਨਾ, ਕੈਲੀਫੋਰਨੀਆ ਦਾ ਨੰਬਰ ਅਪਲਾਈ ਕਰਨਾ, ਨਾਲ ਹੀ ਅਗਰ ਕਾਰਪੋਰੇਸ਼ਨ LLC ਹੈਗੀ ਹੈ ਤਾਂ ਉਹਦੇ ਲਈ ਇੰਪਲੋਇਰ ਪੁੱਲ ਨੋਟਿਸ DMV ਦੇ ਵਿੱਚ ਸਾਨੂੰ ਡਰਾਈਵਰ ਨੂੰ ਐਡ ਕਰਨਾ ਹੁੰਦਾ ਹੈ। ਜੇ ਕੋਈ ਓਨਰ ਆਪਰੇਟਰ ਹੈਗਾ ਤਾਂ ਉਹਦੇ ਲਈ ਇੰਪਲੋਇਰ ਪੁੱਲ ਨੋਟਿਸ ਦੀ ਜ਼ਰੂਰਤ ਨਹੀਂ ਹੁੰਦੀ। ਲੇਕਿਨ ਜੇ ਕੋਈ LLC ਜਾਂ ਕਾਰਪੋਰੇਸ਼ਨ ਹੈਗੀ ਹੈ ਉਹਦੇ ਵਾਸਤੇ ਸਾਨੂੰ DMV ਦੇ ਵਿੱਚ ਇੰਪਲੋਇਰ ਪੁੱਲ ਨੋਟਿਸ, ਉਹਨੂੰ ਰਿਕੁਐਸਟਰ ਕੋਡ ਕਹਿੰਦੇ ਆ, ਉਹ ਅਪਲਾਈ ਕਰਨਾ ਹੁੰਦਾ। ਉਹਦੇ ਲਈ $5 ਦਾ ਚੈੱਕ ਜਾਂਦਾ DMV ਨੂੰ। ਜੀ, ਸੋ CA ਨੰਬਰ ਅਤੇ ਇੰਪਲੋਇਰ ਪੁੱਲ ਨੋਟਿਸ, ਇਹ ਦੋ ਜਿਹੜੇ ਪਰਮਿਟ ਹੈਗੇ ਅਸੀਂ DOT ਬੰਦੇ ਹੀ ਨਾਲ ਦੀ ਨਾਲ ਹੀ ਅਪਲਾਈ ਕਰ ਦਿੰਦੇ। ਅਤੇ ਇਹਦੇ ਵਿੱਚ ਇੱਕ ਹੋਰ ਚੀਜ਼ ਮੈਨੂੰ ਦੱਸਿਓ ਕਿ ਜਿਹੜਾ ਪੁੱਲ ਨੋਟਿਸ ਹੈਗਾ, ਕਈ ਵਾਰੀ ਬਹੁਤ ਜਾਣੇ ਦਾ ਮੈਂ ਸੁਣਿਆ ਹੈਗਾ ਕਿ ਉਹ ਕਹਿ ਦਿੰਦੇ ਆ ਕਿ ਅਸੀਂ ਓਨਰ ਆਪਰੇਟਰ ਹੈਗੇ ਹਾਂ, ਜਦ ਕਿ ਉਹ ਕਾਰਪੋਰੇਸ਼ਨ ਦੇ ਵਿੱਚ ਹੁੰਦੇ, ਉਹਨਾਂ ਦੀ ਕੰਪਨੀ ਜਿਹੜੀ ਸਟਰਕਚਰ ਕਾਰਪੋਰੇਸ਼ਨ ਹੁੰਦੀ ਆ, ਚਾਹੇ ਉਹ ਓਨਰ ਆਪਰੇਟਰ ਹੈਗੇ ਆ। ਜੇ ਕਾਰਪੋਰੇਸ਼ਨ ਉਹਨਾਂ ਦੇ ਨਾਂ 'ਤੇ ਆ ਅਤੇ ਡਿਫਰੈਂਟ ਸਟੋਰੀ ਹੈ, ਪਰ ਜੇ ਕਈ ਵਾਰੀ ਹੁੰਦੀ ਹੈ ਕਾਰਪੋਰੇਸ਼ਨ ਕਿਸੇ ਦੀ ਵਾਈਫ ਦੇ ਨਾਂ 'ਤੇ ਹੁੰਦੀ, ਮਦਰ ਦੇ, ਬੇਟੇ ਦੇ, ਕਿਸੇ ਨਾ ਕਿਸੇ ਹੋਰ ਇਨਸਾਨ ਦੇ ਨਾਂ 'ਤੇ ਹੁੰਦੀ ਆ, ਅਤੇ ਉਸ ਕੇਸ ਦੇ ਵਿੱਚ ਉਸ ਬੰਦੇ ਨੂੰ ਕਿਸ ਤਰ੍ਹਾਂ ਇਹ ਕਰਨਾ ਪਊ, ਕਿਉਂਕਿ ਉਹ ਤਾਂ ਫਿਰ ਇੰਪਲੋਈ ਹੋ ਗਿਆ ਨਾ ਉਸ ਕੰਪਨੀ ਦਾ। ਜੀ ਬਿਲਕੁਲ, ਉਹ ਇੰਪਲੋਈ ਹੋ ਗਿਆ, ਚਾਹੇ ਉਹ ਓਨਰ ਵੀ ਹੈਗਾ ਤਾਂ ਵੀ ਉਹਨਾਂ ਦਾ ਰੂਲ ਹੈ DMV ਵਾਲਿਆਂ ਦਾ ਕਿ ਅਗਰ ਤੁਹਾਡੀ LLC ਜਾਂ ਕਾਰਪੋਰੇਸ਼ਨ ਹੈਗੀ ਹੈ, ਚਾਹੇ ਤੁਸੀਂ ਖੁਦ ਹੀ ਓਨਰ ਹੋ ਉਹਦੇ, ਫਿਰ ਵੀ ਅਸੀਂ ਉਹਦਾ ਇੰਪਲੋਇਰ ਪੁੱਲ ਨੋਟਿਸ ਜਿਹੜਾ ਰਿਕੁਐਸਟਰ ਕੋਡ ਹੈਗਾ ਉਹ ਅਪਲਾਈ ਕਰੀਦਾ। ਅਤੇ ਜੇ ਕਿਸੇ ਦੀ ਵਾਈਫ ਦੇ ਨਾਮ 'ਤੇ ਹੈਗੀ ਆ ਜਾਂ ਬੇਟੇ ਦੇ ਨਾਮ 'ਤੇ ਹੈਗੀ ਹੈ ਤਾਂ ਫਿਰ ਉਹ ਤਾਂ ਉਹਦਾ ਇੰਪਲੋਈ ਹੋ ਗਿਆ, ਸੋ ਉਹ ਤਾਂ ਹੋਣਾ ਹੀ ਹੋਣਾ ਉਹਦਾ ਜਿਹੜਾ ਇੰਪਲੋਈ ਵਾਲਾ ਵੀ ਜਿਹੜਾ ਪੂਰਾ ਜਿਹੜਾ ਉਹਨੂੰ ਰੱਖਣਾ ਪੈਣਾ ਸਟਰਕਚਰ, ਪੂਰਾ ਜਿਹੜਾ ਇੰਪਲੋਈ ਫਾਈਲ ਕ੍ਰੀਏਟ ਕਰਨੀ ਪੈਣੀ, ਇੰਪਲੋਈ ਦੀ ਪੂਰੀ ਆਪਣੀ ਹਾਇਰਿੰਗ ਪੈਕੇਜ ਸਾਰਾ ਜਿਹੜਾ ਉਹਨੂੰ ਚਾਹੀਦਾ, ਹਰ ਪ੍ਰੋਸੈਸ ਉਹਨੂੰ ਚਾਹੀਦਾ ਉਹਦੇ ਵਾਸਤੇ, ਜਦ ਕਿ ਉਹ ਹੈਗਾ ਓਨਰ ਆਪਰੇਟਰ ਆ ਪਰ ਕੰਪਨੀ ਜਿਹੜੀ ਉਹਦੀ ਵਾਈਫ ਦੇ ਜਾਂ ਬੱਚੇ ਦੇ ਨਾਂ 'ਤੇ ਹੈਗੀ। ਜੀ ਬਿਲਕੁਲ ਬਿਲਕੁਲ, ਜਿਹੜੀ ਚਾਹੇ ਉਹ ਖੁਦ ਹੀ ਓਨਰ ਵੀ ਹੈਗਾ, ਦੋਨੋਂ ਕੇਸਿਸ ਦੇ ਵਿੱਚ ਅਗਰ LLC ਕਾਰਪੋਰੇਸ਼ਨ ਹੈਗੀ ਹੈ ਜਾਂ ਉਹ ਖੁਦ ਜਿਹੜਾ ਇੰਪਲੋਇਰ
ਜਿਹੜਾ ਸੋਲ ਪ੍ਰੋਪਰਾਈਟਰ ਵੀ ਹੈਗਾ ਜੀ, ਤਾਂ ਵੀ ਉਹਦੀ ਜਿਹੜੀ ਡਰਾਈਵਰ ਫਾਈਲ ਹੈਗੀ ਆ ਉਹ ਤਾਂ ਵੀ ਰੈਡੀ ਹੁੰਦੀ ਹੈ ਜੀ ਬਿਲਕੁਲ। ਸੋ ਡਰਾਈਵਰ ਫਾਈਲ ਜਿਹੜੀ ਕੰਪਲਾਇੰਸ ਦਾ ਇੱਕ ਪਾਰਟ ਹੈਗਾ, ਸੋ ਉਹ ਤਾਂ ਵੀ ਰੈਡੀ ਹੋਣੀ ਹੈ, ਚਾਹੇ ਉਹ LLC ਹੈ, ਚਾਹੇ ਉਹ ਕਾਰਪੋਰੇਸ਼ਨ ਹੈ, ਚਾਹੇ ਉਹ ਸੋਲ ਪ੍ਰੋਪਰਾਈਟਰ। ਅਗਰ ਆਪਾਂ ਡਰਾਈਵਰ ਫਾਈਲ ਦੀ ਗੱਲ ਕਰੀਏ, ਹਾਇਰਿੰਗ ਦੀ ਗੱਲ ਕਰੀਏ, ਉਹ ਤਾਂ ਵੀ ਹੋਣੀ ਹੈ, ਕਲੀਅਰਿੰਗ ਹਾਊਸ ਤਾਂ ਵੀ ਹੋਣਾ ਹੈ, ਠੀਕ ਹੈ ਜੀ। ਸੋ ਸੇਮ ਵੇ ਦੇ ਵਿੱਚ ਜਿਹੜੇ ਪਰਮਿਟਸ ਹੈਗੇ, ਸਿਰਫ ਇੱਕ ਇੰਪਲੋਇਰ ਪੁੱਲ ਨੋਟਿਸ ਐਸਾ ਹੈਗਾ ਜਿਹੜਾ ਜੇ ਕੋਈ ਓਨਰ ਆਪਰੇਟਰ, ਸੋਲ ਪ੍ਰੋਪਰਾਈਟਰ ਓਨਰ ਆਪਰੇਟਰ ਹੈਗਾ, ਉਹਦੇ ਲਈ ਨਹੀਂ ਰਿਕੁਆਇਰਡ ਹੈਗਾ। ਪਰ ਜੇ LLC ਕਾਰਪੋਰੇਸ਼ਨ ਹੈਗੀ ਹੈ, ਕਿਉਂਕਿ LLC ਕਾਰਪੋਰੇਸ਼ਨ ਆਪਣੇ ਆਪ 'ਚ ਇੱਕ ਇੰਪਲੋਇਰ ਬਣ ਜਾਂਦੀ ਹੈ, ਇੱਕ ਐਂਟੀਟੀ ਹੈਗੀ ਆ, ਉਹ ਆਪਣੇ ਆਪ 'ਚ ਇੱਕ ਇੰਪਲੋਇਰ ਬਣ ਜਾਂਦੀ ਹੈ, ਔਰ ਜਿਹੜਾ ਉਹਦਾ ਓਨਰ ਹੈ ਉਹ ਆਪਣੇ ਆਪ ਹੀ ਉਹਦਾ ਇੰਪਲੋਈ ਬਣ ਜਾਂਦਾ ਹੈ। ਸੋ ਇੰਪਲੋਇਰ ਪੁੱਲ ਨੋਟਿਸ ਅਗਰ LLC ਕਾਰਪੋਰੇਸ਼ਨ ਦੀ ਅਸੀਂ ਗੱਲ ਕਰੀਏ ਤਾਂ ਉਹ ਰਿਕੁਆਇਰਡ ਹੈ। ਸੋਲ ਪ੍ਰੋਪਰਾਈਟਰ ਦੇ ਕੇਸ ਦੇ ਵਿੱਚ EPN ਰਿਕੁਆਇਰਡ ਨਹੀਂ ਹੈਗਾ। ਸੋ ਮੇਰੇ ਖਿਆਲ ਦੇ ਵਿੱਚ ਮੈਂ ਇੱਕ ਗੱਲ ਇੱਥੇ ਜ਼ਰੂਰ ਕਹਿਣੀ ਚਾਹਾਂਗਾ ਕਿ ਜਿੰਨੀਆਂ ਵੀ ਆਪਣੀਆਂ ਇੰਦੂ ਜੀ ਟਰੱਕਿੰਗ ਕੰਪਨੀਆਂ ਹੈਗੀਆਂ, ਜਦੋਂ ਆਡਿਟ ਹੁੰਦਾ ਆ ਤੇ 90% ਆਪਣੀਆਂ ਟਰੱਕਿੰਗ ਕੰਪਨੀਆਂ ਆਡਿਟ ਦੇ ਵਿੱਚ ਫੇਲ ਹੁੰਦੀਆਂ ਬਿਕਾਜ਼ ਆਫ ਆਪਣੀਆਂ ਇੰਪਲੋਈ ਫਾਈਲਸ ਕਰਕੇ। ਜੀ ਬਿਲਕੁਲ, ਕਿਉਂਕਿ ਜਿਹੜੀ ਇੰਪਲੋਈ ਵਾਲੀ ਫਾਈਲ ਹੈਗਾ ਉਹ ਕੋਈ ਵੀ ਨਹੀਂ ਰੈਡੀ ਕਰਦਾ ਜੀ। ਸਭ ਤੋਂ ਪਹਿਲਾ ਕੁਐਸਚਨ ਇਹੀ ਹੁੰਦਾ ਸਾਡੇ ਕਲਾਇੰਟਸ ਦਾ ਕਿ ਕੀ ਮੈਂ ਇਕੱਲਾ ਹੀ ਮਾਲਕ ਹਾਂ, ਮੈਂ ਇਕੱਲਾ ਹੀ ਓਨਰ ਹਾਂ, ਕੀ ਮੈਨੂੰ ਇੰਪਲੋਈ ਫਾਈਲ ਰੈਡੀ ਕਰਨੀ ਪੈਣੀ ਹੈ? ਸੋ ਉਹਦਾ ਆਨਸਰ ਹੈਗਾ ਯੈਸ। ਇੰਪਲੋਈ ਫਾਈਲ ਜਿਹੜੀ ਹੈਗੀ ਹੈ ਉਹ ਸਾਰਿਆਂ ਨੂੰ ਰੈਡੀ ਕਰਨੀ ਪੈਂਦੀ ਹੈ, ਚਾਹੇ ਉਹ ਉਸ ਕੰਪਨੀ ਦਾ ਓਨਰ, ਚਾਹੇ ਉਹ ਇਕੱਲਾ ਹੀ ਓਨਰ ਕਿਉਂ ਨਹੀਂ ਹੈਗਾ, ਇਕੱਲਾ ਹੀ ਡਰਾਈਵਰ ਕਿਉਂ ਨਹੀਂ ਹੈਗਾ, ਫਿਰ ਵੀ ਜਿਹੜੀ ਉਹਦੀ ਇੰਪਲੋਈ ਫਾਈਲ ਹੈਗੀ ਹੈ ਉਹ ਰੈਡੀ ਕਰਨੀ ਪੈਂਦੀ, ਹਾਇਰਿੰਗ ਐਪਲੀਕੇਸ਼ਨ ਰੈਡੀ ਕਰਨੀ ਪੈਂਦੀ ਹੈ। ਬਾਕੀ ਦੇ ਜਿਹੜਾ ਪੇਪਰ ਵਰਕ ਹੈ ਸਾਰਾ ਕੁਝ ਉੱਦਾਂ ਹੀ ਕਰਨਾ ਪੈਂਦਾ ਜਿੱਦਾਂ ਇੱਕ ਕੰਪਨੀ ਦਾ ਮਾਲਿਕ ਆਪਣੇ ਇੰਪਲੋਈ ਲਈ ਕਰਦਾ ਹੈ। ਜੀ ਬਿਲਕੁਲ। ਇੱਥੇ ਆਪਾਂ ਜਿਹੜੀ ਆ ਗੱਲਬਾਤ ਕਰਦੇ ਹਾਂ ਕਿ ਇੱਥੇ ਥੋੜ੍ਹਾ ਜਿਹਾ ਆਪਾਂ ਗੱਲ ਕਰੀਏ ਕਿ ਜਿਹੜਾ ਡਰੱਗ ਐਂਡ ਐਲਕੋਹਲ ਕਲੀਅਰਿੰਗ ਹਾਊਸ ਆ ਉਹਦੇ ਬਾਰੇ 'ਚ ਆਪਾਂ ਛੋਟੀ ਜਿਹੀ ਗੱਲ ਕਰਨੀ ਆ। ਆਪਾਂ ਉਹਦੇ ਬਾਰੇ 'ਚ ਉਹਦੇ ਡੀਟੇਲ ਦੇ ਵਿੱਚ ਉਹਦਾ ਵੀ ਇੱਕ ਪ੍ਰੋਗਰਾਮ ਜਿਹੜਾ ਇੱਕ ਐਪੀਸੋਡ ਹੈਗਾ ਕਰਾਂਗੇ, ਕਿਉਂਕਿ ਉਹਦੇ ਵਿੱਚ ਵੀ ਬਹੁਤ ਕੁਛ ਹੈਗਾ ਇਸ ਵੇਲੇ ਆ ਗਿਆ ਜਿਹਦੇ ਵਿੱਚ ਕਿ ਆਪਾਂ ਨੂੰ ਗੱਲ ਕਰਨੀ ਬਹੁਤ ਜ਼ਰੂਰੀ ਹੋ ਜਾਂਦੀ ਆ। ਸੋ ਜਿਹੜਾ ਇੱਥੇ ਕਾਣ ਕੇ ਇਸ ਇੱਕ ਮੌਕੇ ਦੇ ਉੱਤੇ ਜਿਹੜਾ ਡਰੱਗ ਐਂਡ ਐਲਕੋਹਲ ਕਲੀਅਰਿੰਗ ਹਾਊਸ ਵੀ ਇਸਟੈਬਲਿਸ਼ ਕਰਨਾ ਪੈਣਾ। ਜੀ ਬਿਲਕੁਲ ਕਰਨਾ ਪੈਂਦਾ। ਜਦੋਂ ਵੀ ਇੱਕ ਕੰਪਨੀ ਸ਼ੁਰੂ ਹੁੰਦੀ ਹੈ, ਜਦੋਂ ਇੱਕ ਅਥਾਰਟੀ ਐਕਟੀਵੇਟ ਹੋ ਜਾਂਦੀ ਹੈ, ਉਸ ਵਕਤ ਜਦੋਂ ਹੀ ਉਹ ਆਪਣਾ ਡਰੱਗ ਟੈਸਟ ਕਰਵਾਉਂਦੇ ਹੈਗੇ ਹੈ, ਸੋ ਉਹਨਾਂ ਨੂੰ ਆਪਣਾ ਜਿਹੜਾ ਕਲੀਅਰਿੰਗ ਹਾਊਸ ਦਾ ਅਕਾਊਂਟ ਹੈ ਉਹ ਵੀ ਰੈਡੀ ਕਰਨਾ ਪੈਂਦਾ। ਸੋ ਕਲੀਅਰਿੰਗ ਹਾਊਸ ਦਾ ਅਕਾਊਂਟ ਦੋ ਤਰ੍ਹਾਂ ਦਾ ਹੈਗਾ, ਇੱਕ ਤਾਂ LLC ਕਾਰਪੋਰੇਸ਼ਨ ਵਾਸਤੇ ਜਾਂ ਇੱਕ ਦੂਸਰਾ ਓਨਰ ਆਪਰੇਟਰ ਵਾਸਤੇ। ਸੋ ਉਹਦੇ 'ਚ ਦੋ ਆਪਸ਼ਨਸ ਆਉਂਦੀਆਂ ਨੇ ਕਿ ਕੀ ਤੁਸੀਂ ਓਨਰ ਆਪਰੇਟਰ ਹੋ, ਆਪਣੇ ਹੀ ਕੰਪਨੀ ਦੇ ਆਪ ਹੀ ਮਾਲਿਕ ਹੈਗੇ ਹੋ, ਤਾਂ ਉਹਦੇ ਵਿੱਚ ਯੈਸ ਕਰਕੇ, ਤੇ ਜਿਹੜਾ ਜਾਂ ਫਿਰ ਦੂਸਰਾ ਹੈਗਾ LLC ਕਾਰਪੋਰੇਸ਼ਨ ਹੈਗੀ ਹੈ, ਜੇ ਤੁਸੀਂ ਹੋਰ ਇੰਪਲੋਈਜ਼ ਵੀ ਆਪਣੇ ਨਾਲ ਹਾਇਰ ਕਰਨੇ ਹੈ। ਸੋ ਜੇ ਆਪਣੇ ਆਪ ਨੂੰ ਹੀ ਤੁਸੀਂ ਕਰਨਾ ਹੈ ਤਾਂ ਉਹ ਲਿਮਿਟਿਡ ਕੁਐਰੀ ਜਿਹੜੀ ਹੁੰਦੀ ਆ ਉਹ ਹੋ ਸਕਦੀ ਹੈਗੀ ਹੈ। ਜੇ ਤੁਸੀਂ ਕਿਸੇ ਇੰਪਲੋਈ ਨੂੰ ਹਾਇਰ ਕਰਨਾ ਹੈ ਤਾਂ ਉਹਦੇ ਵਾਸਤੇ ਆਪਾਂ ਨੂੰ ਪ੍ਰੀ ਇੰਪਲੋਇਮੈਂਟ ਜਿਹੜੀ ਕੁਐਰੀ ਹੈਗੀ ਹੈ, ਉਹ ਡਿਟੇਲਡ ਕੁਐਰੀ ਜਿਹਨੂੰ ਕਹਿੰਦੇ ਆ, ਉਹ ਰਨ ਕਰਨੀ ਪੈਂਦੀ ਹੈ। ਉਹਦੇ ਵਿੱਚ ਕੰਪਨੀ ਦੇ ਓਨਰ ਦਾ ਅਕਾਊਂਟ ਵੀ ਬਣਦਾ ਹੈ ਔਰ ਡਰਾਈਵਰ ਦਾ ਅਕਾਊਂਟ ਵੀ ਬਣਦਾ ਹੈ ਜੀ। ਅਤੇ ਇਹ ਹੋ ਗਿਆ ਆਪਣਾ ਜਿਹੜਾ ਕਿ ਆਪਾਂ ਡਰੱਗ ਐਂਡ ਐਲਕੋਹਲ ਦਾ ਹੈਗਾ, ਇਹਦੇ ਡੀਟੇਲ ਦੇ ਵਿੱਚ ਜਿੱਦਾਂ ਮੈਂ ਕਿਹਾ ਕਿ ਆਪਾਂ ਡੀਟੇਲ 'ਚ ਗੱਲ ਬਾਅਦ 'ਚ ਕਰਾਂਗੇ। ਅਤੇ ਹੁਣ ਆਪਾਂ ਉਸ ਤੋਂ ਅੱਗੇ ਚੱਲੀਏ ਕਿ ਪਰਮਿਟਿੰਗ ਦੇ ਵਿੱਚ ਹੁਣ ਆ ਗਿਆ ਕਿ ਆਪਣੀ DOT MC ਜਿਹੜੀ ਆ ਉਹ ਔਨ ਹੋ ਗਈ, ਆਪਣਾ ਜਿਹੜਾ ਪੁੱਲ ਨੋਟਿਸਿਸ ਹੋ ਗਏ, ਆਪਣੀਆਂ ਡਰਾਈਵਰ ਫਾਈਲਸ ਦੀ ਸਟਾਰਟਿੰਗ ਹੋ ਗਈ। ਹੁਣ ਇਸ ਤੋਂ ਅੱਗੇ ਆਪਣੀ ਜਿਹੜੀ ਆ ਡਰੱਗ ਐਂਡ ਐਲਕੋਹਲ ਹੋ ਗਿਆ, ਹੁਣ ਇਸ ਤੋਂ ਅੱਗੇ ਆਪਾਂ ਕਿੱਦਾਂ ਨੂੰ ਚੱਲਦੇ ਹਾਂ? ਇਸ ਤੋਂ ਇਲਾਵਾ ਜਿਹੜਾ ਹੈਗਾ ਆਪਾਂ ਨੂੰ ਇੱਕ ਪਰਮਿਟ ਦੀ ਰਿਕੁਆਇਰਮੈਂਟ ਹੈਗੀ ਹੈ, ਉਹ ਹੈਗਾ ਮੋਟਰ ਕੈਰੀਅਰ ਪਰਮਿਟ। ਜਿਹੜੇ ਆਪਣੇ ਟਰੱਕਰਸ ਹੈਗੇ ਆ ਉਹ ਦੋ ਚੀਜ਼ਾਂ ਨੂੰ ਆਪਸ 'ਚ ਕਨਫਿਊਜ਼ ਕਰਦੇ ਆ, ਮੈਂ ਜ਼ਰੂਰ ਦੱਸਣਾ ਚਾਹੂੰਗੀ ਉਹਦੇ ਬਾਰੇ। ਇੱਕ ਹੈਗਾ CA ਨੰਬਰ ਅਤੇ ਇੱਕ ਹੈਗਾ MCP, ਜਿਹਨੂੰ ਮੋਟਰ ਕੈਰੀਅਰ ਪਰਮਿਟ ਕਹਿੰਦੇ ਆ। ਸੋ ਜ਼ਿਆਦਾਤਰ CA ਨੰਬਰ ਨੂੰ ਹੀ ਮੋਟਰ ਕੈਰੀਅਰ ਪਰਮਿਟ, ਉਹ ਕਹਿੰਦੇ ਸਾਡੇ ਕੋਲ CA ਨੰਬਰ ਹੈਗਾ ਜੀ। ਸੋ CA ਨੰਬਰ ਇੱਕ ਨੰਬਰ ਹੈ, ਆਪਾਂ ਹਾਈਵੇ ਪੈਟਰੋਲ ਤੋਂ ਉਹ ਕੈਲੀਫੋਰਨੀਆ ਦਾ ਇੱਕ ਨੰਬਰ ਲੈਂਦੇ ਹਾਂ, ਸੋ ਉਹ ਇੱਕ CA ਨੰਬਰ ਹੈ। ਲੇਕਿਨ ਜਿਹੜਾ ਮੋਟਰ ਕੈਰੀਅਰ ਪਰਮਿਟ ਹੈ ਉਹ ਇੱਕ ਪਰਮਿਟ ਹੈ, CA ਨੰਬਰ ਪਰਮਿਟ ਨਹੀਂ ਹੈਗਾ, ਉਹ ਇੱਕ ਨੰਬਰ ਹੈ। ਲੇਕਿਨ ਜਿਹੜਾ ਮੋਟਰ ਕੈਰੀਅਰ ਪਰਮਿਟ ਹੈ ਉਹ ਪਰਮਿਟ ਹੈ। ਉਹ ਪਰਮਿਟ ਕਾਹਦੇ ਲਈ ਰਿਕੁਆਇਰਡ ਹੁੰਦਾ? ਲੋਕਲ ਚਲਾਉਣ ਵਾਸਤੇ। ਅੱਛਾ ਜੀ। ਤੁਸੀਂ ਅਗਰ ਲੋਕਲ ਲੋਡ ਕੈਲੀਫੋਰਨੀਆ ਤੋਂ ਚੱਕ ਕੇ ਕੈਲੀਫੋਰਨੀਆ 'ਚ ਹੀ ਕੋਈ ਲੋਡ ਡਰੋਪ ਕਰਨਾ ਹੈ ਤਾਂ ਉਹਦੇ ਲਈ ਤੁਹਾਨੂੰ ਮੋਟਰ ਕੈਰੀਅਰ ਪਰਮਿਟ ਦੀ ਲੋੜ ਹੁੰਦੀ ਹੈ। ਸੋ ਬਹੁਤ ਟਰੱਕਰਸ ਹੈਗੇ ਆ ਉਹ ਉਹਨੂੰ ਕਨਫਿਊਜ਼ ਕਰ ਜਾਂਦੇ ਆ, ਮਿਕਸ ਕਰ ਜਾਂਦੇ ਆ ਦੋਨਾਂ ਚੀਜ਼ਾਂ ਨੂੰ। ਪਰ CA ਨੰਬਰ ਜਿਹੜਾ ਹੈਗਾ ਉਹ ਆਪਾਂ ਨੂੰ ਕੈਲੀਫੋਰਨੀਆ 'ਚ ਕੰਮ ਕਰਦੇ ਪਏ ਹਾਂ, ਸੋ ਉਹਦੇ ਲਈ ਨੰਬਰ ਦੀ ਰਿਕੁਆਇਰਮੈਂਟ ਹੈਗੀ ਹੈ। ਲੇਕਿਨ ਲੋਕਲ ਲੋਡ ਚੱਕਣ ਵਾਸਤੇ ਸਾਨੂੰ ਮੋਟਰ ਕੈਰੀਅਰ ਪਰਮਿਟ ਦੀ ਲੋੜ ਹੁੰਦੀ ਹੈ। ਸੋ ਇੱਥੇ ਹੀ ਮੈਂ ਇੱਕ ਸਵਾਲ ਪੁੱਛੂੰਗਾ ਕਿ ਜਿਹੜਾ MC ਨੰਬਰ ਆ ਤੇ ਮੋਟਰ ਕੈਰੀਅਰ ਪਰਮਿਟ ਆ, ਇਹ ਦੋ ਡਿਫਰੈਂਟ ਹੈਗੇ ਆ? ਜੀ ਬਿਲਕੁਲ। ਜਿਹੜਾ MC ਨੰਬਰ ਹੈਗਾ ਉਹ ਤਾਂ ਅਥਾਰਟੀ ਹੈ ਜੀ,
DOT ਦੇ ਨਾਲ MC ਨੰਬਰ ਇੱਕ ਅਥਾਰਟੀ ਹੈਗੀ ਹੈ, ਇੰਟਰ ਸਟੇਟ ਚਲਾਉਣ ਵਾਸਤੇ ਅਥਾਰਟੀ। ਤੇ ਜਿਹੜਾ ਮੋਟਰ ਕੈਰੀਅਰ ਪਰਮਿਟ ਹੈ, ਇਹ ਪਰਮਿਟ ਹੈ ਲੋਕਲ ਲੋਡ ਚੱਕਣ ਵਾਸਤੇ। ਜੀ ਜ਼ਰੂਰ ਜਿਹੜੀਆਂ ਇੰਟਰ ਸਟੇਟ ਹੈਗੀਆਂ ਨੇ ਕੰਪਨੀਜ਼, ਉਹ ਲੌਂਗ 'ਤੇ ਚਲਦੀਆਂ ਨੇ, ਇੰਟਰ ਸਟੇਟ ਚਲਦੀਆਂ ਨੇ, ਪਰ ਕਈ ਵਾਰੀ ਉਹਨਾਂ ਕੋਲ ਇੱਦਾਂ ਦਾ ਕੋਈ ਲੋਡ ਹੁੰਦਾ ਹੈ ਵੀ ਜਿੱਦਾਂ ਸਟਾਕਟਨ ਤੋਂ ਚੱਕ ਕੇ LA ਲਾਣਾ ਜਾਂ ਕੋਈ ਇੱਦਾਂ ਦੇ ਲੋਡ ਹੈਗੇ ਆ। ਸੋ ਉਹ ਲੋਡ ਉਹ ਤਾਂ ਹੀ ਚੱਕ ਸਕਦੇ ਨੇ ਜੇ ਉਹਨਾਂ ਕੋਲ ਲੋਕਲ ਪਰਮਿਟ ਹੈਗਾ। ਤੇ ਮੈਂ ਇੱਥੇ ਇਹ ਗੱਲ ਕਲੀਅਰ ਕਰ ਦਿਆਂ ਕਿ ਕਈ ਜਣਿਆਂ ਦੇ ਦਿਮਾਗ ਦੇ ਵਿੱਚ ਇਹ ਗੱਲ ਚੱਲ ਰਹੀ ਹੋਊਗੀ, ਕਨਫਿਊਜ਼ਨ ਹੋਊਗਾ ਕਿ ELD ਦੇ ਨਾਲ ਉਹ ਜੋੜ ਕੇ ਜਿਹੜਾ ਇੰਟਰ ਸਟੇਟ ਤੇ ਇੰਟਰਾ ਸਟੇਟ ਦੀ ਗੱਲ ਕਰਦੇ ਹੋਣਗੇ। ELD ਦੇ ਨਾਲ ਇੰਟਰ ਸਟੇਟ ਦਾ ਟੋਟਲੀ ਡਿਫਰੈਂਟ ਹੈਗਾ ਮਤਲਬ ਹੈਗਾ। ਜਿਹੜਾ ਇਹ ਅਸੀਂ ਗੱਲ ਕਰ ਰਹੇ ਹਾਂ ਸਿਰਫ ਅਸੀਂ ਲੋਡ ਚੁੱਕਣ ਦੀ ਗੱਲ ਕਰ ਰਹੇ ਹਾਂ। ELD ਦੇ ਨਾਲ ਜਿਹੜਾ ਇੰਟਰਾ ਸਟੇਟ ਹੈਗਾ ਜਾਂ ਇੰਟਰ ਸਟੇਟ ਹੈਗਾ, ਉਹਦੇ ਵਿੱਚ ਆਪਾਂ ਜਿੱਦਾਂ ਕਿ ਲੋਡ ਕਿਹੜਾ ਆਪਾਂ ਚੱਕਣਾ ਕਿ ਉੱਤੇ ELD ਲੱਗ ਸਕਦੀ ਨਹੀਂ ਲੱਗ ਸਕਦੀ, ਉਹਦੀ ਗੱਲ ਹੁੰਦੀ ਆ। ਸੋ ਇਹ ਟੋਟਲੀ ਡਿਫਰੈਂਟ ਹੈਗਾ। ਆਪਾਂ ਪਰਮਿਟਿੰਗ ਡਿਪਾਰਟਮੈਂਟ ਦੇ ਵਿੱਚ ਹੈਗੇ ਹਾਂ, ਸੋ ਇਹ ਪਰਮਿਟਿੰਗ ਦੀ ਗੱਲ ਕਰ ਰਹੇ ਹਾਂ, ਆਪਾਂ ELD ਦੀ ਗੱਲ ਨਹੀਂ ਕਰ ਰਹੇ। ਸੋ ਇੱਥੇ ਕਨਫਿਊਜ਼ਨ ਨਹੀਂ ਹੋਣਾ ਇੰਟਰ ਸਟੇਟ ਦੇ ਵਿੱਚ। ਤੇ ਅੱਗੇ ਚੱਲਦੇ ਜੀ ਬਿਲਕੁਲ। ਸੋ ਮੋਟਰ ਕੈਰੀਅਰ ਪਰਮਿਟ ਅਸੀਂ ਉਦੋਂ ਅਪਲਾਈ ਕਰੀਦਾ ਹੈ ਕਿਉਂਕਿ ਮੋਟਰ ਕੈਰੀਅਰ ਪਰਮਿਟ ਦੇ ਵਿੱਚ ਸਾਨੂੰ ਪਲੇਟ ਨੰਬਰ ਵੀ ਚਾਹੀਦੀ ਹੁੰਦੀ ਹੈ, ਟਰੱਕ ਦਾ ਵਿਨ ਨੰਬਰ ਵੀ ਚਾਹੀਦਾ ਹੁੰਦਾ ਹੈ ਮੋਟਰ ਕੈਰੀਅਰ ਪਰਮਿਟ ਅਪਲਾਈ ਕਰਨ ਲਈ। ਸੋ ਉਹ ਅਸੀਂ ਉਦੋਂ ਅਪਲਾਈ ਕਰੀਦਾ ਜਦੋਂ ਅਥਾਰਟੀ ਐਕਟੀਵੇਟ ਹੋ ਜਾਂਦੀ ਹੈ। IRP ਪਲੇਟਾਂ ਜਿਹੜੀਆਂ ਹੈਗੀਆਂ ਨੇ ਉਹ ਲੈ ਲਿੱਤੀਆਂ ਜਾਂਦੀਆਂ ਨੇ। ਇੱਕ ਮੈਂ ਚੀਜ਼ ਹੋਰ ਕਲੀਅਰ ਜ਼ਰੂਰ ਕਰਨਾ ਚਾਹੂੰਗੀ, ਜਿਹੜਾ ਮੋਟਰ ਕੈਰੀਅਰ ਪਰਮਿਟ ਹੈ ਇਹ 2 ਤਰ੍ਹਾਂ ਦਾ ਹੁੰਦਾ ਹੈ। ਅੱਛਾ ਜੀ। ਇੱਕ ਲੋਕਲ ਵਾਸਤੇ, ਲੋਕਲ ਮਤਲਬ ਇੰਟਰਾ ਸਟੇਟ ਅਥਾਰਟੀ ਵਾਸਤੇ। ਮੈਂ ਬਸ ਇੱਥੇ ਆਉਣ ਲੱਗਾ ਸੀ ਇਸੇ ਕੁਐਸਚਨ ਤੇ। ਜੀ। ਸੋ ਜਿਹੜਾ ਮੋਟਰ ਕੈਰੀਅਰ ਪਰਮਿਟ ਹੈ 2 ਤਰ੍ਹਾਂ ਦਾ ਹੁੰਦਾ ਹੈ, ਇੱਕ ਇੰਟਰਾ ਸਟੇਟ ਅਥਾਰਟੀ ਵਾਸਤੇ ਤੇ ਇੱਕ ਇੰਟਰ ਸਟੇਟ ਅਥਾਰਟੀ ਵਾਸਤੇ। ਜਿਹੜਾ ਇੰਟਰਾ ਸਟੇਟ ਮਤਲਬ ਲੋਕਲ, ਕੈਲੀਫੋਰਨੀਆ ਦੀ ਅਥਾਰਟੀ ਜਿੱਥੇ ਸਿਰਫ DOT ਹੈ, ਤੁਹਾਡੇ ਕੋਲ MC ਨਹੀਂ ਹੈਗੀ, ਉਸ ਕੇਸ ਦੇ ਵਿੱਚ ਜਿਹੜਾ ਮੋਟਰ ਕੈਰੀਅਰ ਪਰਮਿਟ ਹੈਗਾ ਉਹ $250 ਉਹਨਾਂ ਦੀ ਫੀਸ ਹੁੰਦੀ ਹੈ DMV ਦੀ, ਔਰ ਉਹ ਐਵਰੀ ਈਅਰ ਰੀਨਿਊ ਕਰਵਾਉਣਾ ਪੈਂਦਾ ਹੈ। ਅੱਛਾ ਜੀ। ਜੀ, ਜਿਹੜਾ ਲੋਕਲ ਵਾਸਤੇ ਆਪਾਂ ਗੱਲ ਕਰਦੇ ਹਾਂ। ਤੇ ਜਿਹੜੀ ਇੰਟਰ ਸਟੇਟ ਅਥਾਰਟੀ ਹੈਗੀ ਹੈ ਉਹਦੇ ਵਾਸਤੇ ਮੋਟਰ ਕੈਰੀਅਰ ਪਰਮਿਟ ਲਾਈਫ ਲੌਂਗ ਨੌਨ ਐਕਸਪਾਇਰੀ ਪਰਮਿਟ ਹੁੰਦਾ ਹੈ ਉਹ। ਅੱਛਾ ਜੀ। ਤੇ ਜਿਹੜੀ ਉਹਦੀ ਫੀਸ ਹੈਗੀ ਹੈ ਉਹ ਵੇਰੀ ਕਰਦੀ ਹੈ ਤੁਹਾਡੀਆਂ ਮਾਈਲਸ ਦੇ ਉੱਤੇ, ਤੁਸੀਂ ਲੋਕਲ ਕਿੰਨਾ ਚਲਾ ਰਹੇ ਹੋ ਤੇ ਤੁਸੀਂ ਲੌਂਗ 'ਤੇ ਕਿੰਨਾ ਚਲਾ ਰਹੇ, ਆਊਟ ਆਫ ਸਟੇਟ ਕਿੰਨਾ ਚਲਾ ਰਹੇ ਹੋ ਜੀ। ਸੋ ਉਹਦੀ ਜਿਹੜੀ ਕੈਲਕੂਲੇਸ਼ਨ ਹੈਗੀ ਹੈ, ਕਿਉਂਕਿ ਉਹ ਨੌਨ ਐਕਸਪਾਇਰੀ ਹੁੰਦਾ, ਆਪਾਂ ਸ਼ੁਰੂ 'ਚ ਹੀ ਭਰ ਦੀ ਹੈਗੀ ਹੈ ਉਹਦੀ ਫੀਸ ਜਿਹੜੀ ਹੈ। ਸੋ ਲੇਕਿਨ ਉਹ ਡਿਪੈਂਡ ਕਰਦੀ ਹੈ ਕਿ ਤੁਹਾਡੀ ਐਕਸਪੈਕਟਡ ਮਾਈਲਸ ਦੇ ਉੱਤੇ ਕਿ ਤੁਹਾਡਾ ਕਿੰਨਾ ਕੁ ਆਈਡੀਆ ਹੈਗਾ ਕਿ ਤੁਸੀਂ ਲੋਕਲ ਕਿੰਨਾ ਚਲਾਓਗੇ ਤੇ ਬਾਹਰ ਕਿੰਨਾ ਚਲਾਓਗੇ। ਤੇ ਹੁੰਦਾ ਉਹ ਨੌਨ ਐਕਸਪਾਇਰੀ ਹੈ, ਇੱਕ ਵਾਰੀ ਅਪਲਾਈ ਹੁੰਦਾ ਲਾਈਫ ਲੌਂਗ, ਉਹ ਬਾਰ-ਬਾਰ ਅਪਲਾਈ ਨਹੀਂ ਹੁੰਦਾ। ਲੇਕਿਨ ਉਹ ਸਸਪੈਂਡ ਹੋ ਜਾਂਦਾ ਹੈ ਕਈ ਵਾਰੀ। ਸਸਪੈਂਡ ਉਹ ਕਿਉਂ ਹੁੰਦਾ ਹੈ? ਜੇ ਇੰਸ਼ੋਰੈਂਸ ਆਪਾਂ ਟਾਈਮ ਨਾਲ ਨਹੀਂ ਕਰਵਾਈ। ਜੀ ਬਿਲਕੁਲ ਇੰਦੂ ਜੀ, ਇੱਥੇ ਆਣ ਕੇ ਆਪਾਂ ਇੱਕ ਗੱਲ ਤੁਹਾਡੇ ਨਾਲ ਜ਼ਰੂਰ ਮੈਂ ਕਰੂੰਗਾ ਕਿ ਇਹ ਇੰਨੀਆਂ ਇੰਪੋਰਟੈਂਟ ਚੀਜ਼ਾਂ ਹੈਗੀਆਂ ਜਿਹੜੀਆਂ ਕਿ ਆਪਣੀ ਟਰੱਕਿੰਗ ਇੰਡਸਟਰੀ ਦੇ ਵਿੱਚ ਕਾਫੀ ਜਿਹੜੀ ਮਿਸਕਨਸੈਪਸ਼ਨਸ ਹੈਗੀਆਂ, ਕਾਫੀ ਮਿਸ ਇਨਫੋਰਮੇਸ਼ਨ ਹੈਗੀ ਆ। ਸੋ ਇੱਕ ਆਪਣਾ ਫ਼ੋਨ ਨੰਬਰ ਜ਼ਰੂਰ ਦਿਓ ਹੁਣ ਇਸ ਵੇਲੇ, ਤਾਂ ਕਿ ਜਦੋਂ ਆਪਾਂ ਇਹ ਪ੍ਰੋਗਰਾਮ ਜਿਹੜਾ ਆ ਸੁਣਨ ਅਤੇ ਸੁਣਨ ਤੋਂ ਬਾਅਦ ਐਂਡ ਦੇ ਵਿੱਚ ਜ਼ਰੂਰ ਉਹ ਦੇਖਣ ਵੀ ਜਿਹੜਾ ਪ੍ਰੋਗਰਾਮ ਹੈ ਉਹਦੇ 'ਤੇ ਨੰਬਰ 'ਤੇ ਤੁਹਾਨੂੰ ਕਾਲ ਜ਼ਰੂਰ ਕਰ ਸਕਣ। ਜੀ, ਮੇਰਾ ਆਫਿਸ ਦਾ ਨੰਬਰ ਹੈਗਾ 5592289622 ਜੀ, 559-228-9622 ਜੀ। ਔਰ ਮੇਰਾ ਸੈੱਲ ਨੰਬਰ ਹੈਗਾ 5595137536 559-513-7536। ਤੇ ਜੀ ਇਹ ਇੰਦੂ ਜੀ ਹੁਣੀ ਅਫੋਰਡੇਬਲ ਟਰੱਕਿੰਗ ਸੋਲਿਊਸ਼ਨ ਦੇ ਵੱਲੋਂ ਤੁਹਾਡੇ ਲਈ ਅਸੀਂ ਇਹ ਪ੍ਰੋਗਰਾਮ ਜਿਹੜਾ ਲੈ ਕੇ ਹਾਜ਼ਰ ਹੋਏ ਹਾਂ, ਅਤੇ ਇਹ ਪ੍ਰੋਗਰਾਮ ਇੱਦਾਂ ਹੀ ਜਾਰੀ ਰਹੇਗਾ। ਇਸ ਤੋਂ ਅਗਲੇ ਆਉਣ ਵਾਲੇ ਐਪੀਸੋਡ ਦੇ ਵਿੱਚ ਆਪਾਂ ਪਰਮਿਟਿੰਗ ਬਾਰੇ ਜਿਹੜੀ ਗੱਲਬਾਤ ਆ ਉਹ ਚਾਲੂ ਰੱਖਾਂਗੇ, ਅਤੇ ਮਿਲਦੇ ਹਾਂ